ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦੇ ਦੇ ਵਿੱਚ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੀ ਗੱਲਬਾਤ ਕਰਾਂਗੇ ਕਿ ਅੱਜ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਆਪਣੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਕੀ ਕੁਝ ਮੀਟਿੰਗ ਕੀਤੀ ਗਈ ਹੈ, ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਕੀ ਕਲਾਸ ਲਈ ਗਈ ਹੈ ਆਪਣੇ ਵਿਧਾਇਕਾਂ ਦੀ, ਇਸ ਤੇ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪਟਿਆਲਾ ਹਿੰਸਾ ਦੇ ਵਿੱਚ ਇੱਕ ਵੱਡੇ ਲੀਡਰ ਦਾ ਨਾਮ ਗੂੰਜਣ ਲੱਗ ਪਿਆ। ਕਿਹੜਾ ਉਹ ਲੀਡਰ ਹੈ ਤੇ ਉਹਦੇ ਤੋਂ ਪੁੱਛਗਿੱਛ ਵੀ ਹੋਣ ਜਾ ਰਹੀ ਹੈ। ਕਿਉਂ ਉਸ ਲੀਡਰ ਦਾ ਨਾਮ ਗੂੰਜ ਰਿਹਾ ਹੈ, ਕਿ ਉਹ ਸਾਜ਼ਿਸ਼ ਦਾ ਹਿੱਸਾ ਸੀ ਜਾਂ ਫਿਰ ਹਲੇ ਮਾਮਲਾ ਕੁਝ ਹੋਰ ਹੈ, ਇਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਨੂੰ ਹੁਣ ਜਿਹੜਾ ਇੱਕ ਵੱਡਾ ਡਰ ਸਤਾਉਣ ਲੱਗ ਗਿਆ, ਇੱਕ ਵੱਡਾ ਇੱਕ ਅਫਸੋਸ ਉਹਨਾਂ ਨੂੰ ਸਤਾਉਣ ਲੱਗ ਗਿਆ। ਕੀ ਕੁਝ ਕਹਿੰਦਾ ਆ ਅਕਾਲੀ ਦਲ ਦੇ ਵੱਡੇ ਲੀਡਰ, ਕੀ ਕੁਝ ਉਹਨਾਂ ਨੂੰ ਅਫਸੋਸ ਹੈ, ਉਸ ਤੇ ਅਸੀਂ ਜਿਹੜੀ ਆ ਉਹ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਭਗਵੰਤ ਮਾਨ ਹੋਰੀ ਕੱਲ ਫਿਰ ਤੋਂ ਇੱਕ ਵੱਡਾ ਫੈਸਲਾ ਲੈਣ ਜਾ ਰਹੇ ਨੇ। 50 ਦਿਨ ਪੂਰੇ ਹੋਣ ਜਾ ਰਹੇ ਨੇ ਭਗਵੰਤ ਮਾਨ ਸਰਕਾਰ ਦੇ, ਤੇ ਕੀ ਉਹ ਵੱਡਾ ਫੈਸਲਾ ਲੈਣ ਜਾ ਰਹੇ ਨੇ, ਇਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ। ਸਰ ਸਭ ਤੋਂ ਪਹਿਲਾਂ ਜਿਹੜੀ ਆਪਾਂ ਖਬਰ ਲੈਂਦੇ ਆ ਉਹ ਇਹੀ ਹੈ ਕਿ ਭਗਵੰਤ ਮਾਨ ਨੇ ਆਪਣੇ ਅੱਜ ਵਿਧਾਇਕਾਂ ਦੀ ਜਿਹੜੀ ਹੈ ਉਹ ਕਲਾਸ ਲਈ ਹੈ। ਕਾਫੀ ਜ਼ਿਆਦਾ ਵਿਧਾਇਕ ਇਹਦੇ ਵਿੱਚ ਮੌਜੂਦ ਸੀਗੇ। ਕੀ ਕੁਝ ਇਸ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ, ਕਿੰਨੀ ਕੁ ਸਾਰਥਕ ਇਹ ਮੀਟਿੰਗ, ਕਿਉਂਕਿ ਜਿੱਥੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀਗੇ ਉਹ ਵਿਧਾਇਕਾਂ ਨੂੰ ਮਿਲਦੇ ਨਹੀਂ ਸੀ ਤੇ ਵਿਧਾਇਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਸੀ ਕਿ ਸਾਨੂੰ ਸਾਡੇ ਮੁੱਖ ਮੰਤਰੀ ਮਿਲਦੇ ਨਹੀਂ, ਸਾਡੀ ਅਫਸਰ ਅੱਗੇ ਸੁਣਦੇ ਨਹੀਂ ਤੇ ਲੋਕਾਂ ਦੇ ਕੰਮ ਹੁੰਦੇ ਨਹੀਂ। ਤਾਂ ਹੁਣ ਆਹ ਵਿਧਾਇਕਾਂ ਦੇ ਨਾਲ ਜਿਹੜਾ ਤਾਲਮੇਲ ਭਗਵੰਤ ਸਿੰਘ ਮਾਨ ਦਾ ਉਹ ਵੀ ਜਿਹੜਾ ਹੈਗਾ, ਕਿਵੇਂ ਦੇਖ ਰਹੇ ਹੋ ਇਸ ਪੂਰੀ ਮੀਟਿੰਗ ਨੂੰ? ਨਾਲ ਨਾਲ ਗੱਲਬਾਤ ਮੈਂ ਖਬਰ ਦੱਸਣੀ ਭੁੱਲ ਗਿਆ ਕਿ ਬਜਟ ਨੂੰ ਲੈ ਕੇ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ, ਉਸ ਤੇ ਵੀ ਗੱਲਬਾਤ ਕਰਾਂਗੇ ਕਿ ਬਜਟ ਦਾ ਕੀ ਕੰਮਕਾਜ ਹੈ। ਪਰ ਸਭ ਤੋਂ ਪਹਿਲਾਂ ਇਹ ਦੱਸ ਦਿਓ ਸਰ, ਇਹ ਮੀਟਿੰਗ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ, ਕਿਵੇਂ ਦੇਖਦੇ ਹੋ ਉਸ ਮੀਟਿੰਗ? ਸੁਖਵਿੰਦਰ ਜੀ, ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਔਰ ਸਰਕਾਰ ਦੇ ਵਿਚਕਾਰ ਜੇਕਰ ਆਪਸੀ ਤਾਲਮੇਲ ਸਿੱਧਾ ਹੁੰਦਾ ਔਰ ਗੱਲਾਂ ਬਾਤਾਂ ਸਿੱਧੀਆਂ ਹੁੰਦੀਆਂ ਨੇ ਤਾਂ ਕੁਦਰਤੀ ਤੌਰ ਤੇ ਉਸ ਦਾ ਚੰਗਾ ਪ੍ਰਭਾਵ ਲੋਕਾਂ 'ਚ ਵੀ ਜਾਂਦਾ ਤੇ ਸਰਕਾਰ ਪ੍ਰਤੀ ਲੋਕਾਂ ਦੀ ਇੱਕ ਹਾਂ ਪੱਖੀ ਜਿਹੜੀ ਹੈ ਨੀਤੀ ਵੀ ਜਾਂ ਲੋਕ ਰਾਏ ਵੀ ਬਣਦੀ ਹੈਗੀ। ਬਿਲਕੁਲ ਬਿਲਕੁਲ। ਤੁਸੀਂ ਆਪਣੀ ਭੂਮਿਕਾ 'ਚ ਬੜੀ ਵਧੀਆ ਤੁਸੀਂ ਸਟਾਰਟ ਤੇ ਗੱਲ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਸੀ ਜਿਹੜੇ 4.5 ਸਾਲਾਂ ਦੌਰਾਨ ਨਾ ਤੱਕ ਅਸੀਂ ਆਪਣੇ ਮੰਤਰੀਆਂ ਨੂੰ ਮਿਲੇ ਤੇ ਨਾ ਵਿਧਾਇਕਾਂ ਨੂੰ, ਕੇਵਲ ਸਿਸਵਾ ਫਾਰਮ ਤੋਂ ਬਾਹਰ ਹੀ ਵਾਪਸ ਆ ਜਾਂਦੇ ਰਹੇ। ਜਦੋਂ 111 ਦਿਨਾਂ ਦੀ ਸਰਕਾਰ ਚਰਨਜੀਤ ਸਿੰਘ ਚੰਨੀ ਹੋਣਾ ਦੀ ਬਣੀ, ਉਹਨਾਂ ਨੇ ਬਾਹਰ ਆਪਣਾ ਦਰਬਾਰ ਲਾਇਆ, ਵਿਧਾਇਕਾਂ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਹੋਇਆ ਕਿ ਨਹੀਂ ਹੋਇਆ, ਪਰ ਉਹ ਸਮਾਂ ਉਹ ਲੰਘ ਗਿਆ। ਪਰ ਹਮੇਸ਼ਾ ਇਹ ਗੱਲ ਯਾਦ ਰੱਖੀ ਜਾਊਗੀ ਕਿ ਕਾਂਗਰਸ ਦੇ ਜਿਹੜੇ ਐਮਐਲਏ ਸੀ ਉਹ ਸਿਸਵਾ ਫਾਰਮ ਦੇ ਵਿੱਚ ਬਾਹਰੋਂ ਵਾਪਸ ਮੁੜਦੇ ਸੀ। ਤੇ ਅੱਜ ਹੁਣ ਜਿਸ ਤਰੀਕੇ ਨਾਲ ਭਗਵੰਤ ਮਾਨ ਉਹਨਾਂ ਨੇ ਆਪਣੇ ਵਿਧਾਇਕਾਂ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕੀਤੀ ਹੈ, ਕੁਦਰਤੀ ਤੌਰ ਤੇ ਇਸ ਦਾ ਇੱਕ ਚੰਗਾ ਪ੍ਰਭਾਵ ਪੰਜਾਬ ਦੇ ਲੋਕਾਂ 'ਚ ਜਾਂਦਾ ਹੈਗਾ। ਹੁਣ ਇਸ ਮੀਟਿੰਗ ਦੀ ਜਿਹੜੀ ਬਰੀਫਿੰਗ ਆ ਉਹ ਕੀ ਹੈ ਜਾਂ ਇਸ ਦਾ ਏਜੰਡਾ ਕੀ ਸੀ? ਇਹ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਰਕਾਰ ਨਵੀਂ ਬਣੀ ਤਾਂ ਉਸ ਸਮੇਂ ਵੀ ਇੱਕ ਮੀਟਿੰਗ ਜਿਹੜੀ ਸੀ ਭਗਵੰਤ ਮਾਨ ਵੱਲੋਂ ਆਪਣੇ ਵਿਧਾਇਕਾਂ ਦੀ ਕੀਤੀ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਨਿਰਦੇਸ਼ ਦਿੱਤੇ ਸਨ ਕਿ ਤੁਸੀਂ ਆਪੋ ਆਪਣੇ ਹਲਕਿਆਂ 'ਚ ਰਹਿਣਾ, ਉੱਥੇ ਦਫ਼ਤਰ ਬਣਾਉਣਾ ਤੇ ਲੋਕਾਂ ਦੇ ਤਾਲਮੇਲ ਦੇ ਨਾਲ ਸੰਪਰਕ ਵਿੱਚ ਰਹਿਣਾ। ਤਾਂ ਤੁਸੀਂ ਸਰਕਾਰ ਤੇ ਲੋਕਾਂ ਦੇ ਵਿਚਕਾਰ ਇੱਕ ਪੁਲ ਦੀ ਕੜੀ ਹੋਵੋਗੇ। ਤੁਸੀਂ ਆਪਣੇ ਆਪ ਨੂੰ ਸੇਵਕ ਸਮਝਣਾ ਜਾਂ ਲੋਕ ਪੱਖੀ ਜਿਹੜੇ ਕੰਮ ਕਰਨ ਵਾਸਤੇ ਤੁਸੀਂ ਆਪਣੇ ਹਲਕੇ 'ਚ ਮੌਜੂਦ ਰਹਿਣਾ। ਇਹ ਸਟਾਰਟ ਦੀ ਮੀਟਿੰਗ ਦੀ ਮੈਂ ਗੱਲ ਕਰ ਰਿਹਾ ਤੇ ਠੀਕ 50 ਦਿਨਾਂ ਦੇ ਬਾਅਦ ਅੱਜ ਫਿਰ ਜਿਹੜੀ ਉਹ ਮੀਟਿੰਗ ਜਿਹੜੀ ਉਹ ਕੀਤੀ ਗਈ ਉਹਨਾਂ ਵਿਧਾਇਕਾਂ ਦੇ ਨਾਲ ਚੰਡੀਗੜ੍ਹ ਦੇ ਮਿਊਨਿਸਪਲ ਭਵਨ ਦੇ ਵਿੱਚ। ਹੁਣ ਉਸ ਮਿਊਨਿਸਪਲ ਭਵਨ ਦੇ ਵਿੱਚ ਜੋ ਤਸਵੀਰਾਂ, ਜੋ ਗੱਲਬਾਤ ਸਾਡੇ ਤੱਕ ਪਹੁੰਚੀ ਆ, ਉਹਦੇ ਵਿੱਚ ਇਹਨਾਂ ਵਿਧਾਇਕਾਂ ਕੋਲੋਂ ਇਹ ਜਾਣਕਾਰੀ ਮੰਗੀ ਗਈ ਹੈ ਕਿ ਲੋਕਾਂ ਦੇ ਜਿਹੜੇ ਸਰਵਪੱਖੀ ਵਿਕਾਸ ਦੇ ਕੰਮ ਨੇ ਉਹ ਕਿਸ ਪੱਧਰ ਤੇ ਕੀਤੇ ਜਾਣ, ਕਿਸ ਤਰੀਕੇ ਨਾਲ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਸ਼ਿਕਾਇਤ ਆ ਸਰਕਾਰ ਦੇ ਕੰਮਾਂ ਦੇ ਪ੍ਰਤੀ ਨਾ ਹੋਵੇ। ਤਾਂ ਤੁਸੀਂ ਇਹਨਾਂ 49 ਦਿਨਾਂ ਦੇ ਵਿੱਚ ਉਹ ਕਿਹੜੇ ਕੰਮ ਜਿਹੜੇ ਕੀਤੇ ਨੇ ਜਾਂ ਲੋਕਾਂ ਨਾਲ ਕਿਸ ਹੱਦ ਤੱਕ ਤੁਸੀਂ ਸੰਪਰਕ ਆਪਣਾ ਸਾਧਿਆ ਤੇ ਲੋਕਾਂ ਦੀ ਭਰੋਸੇਯੋਗਤਾ ਨਵੀਂ ਆ ਪਾਰਟੀ ਜਿਹੜੀ ਸਰਕਾਰ ਆ ਇਹਦੇ ਵਿੱਚ ਕਿੱਥੋਂ ਤੱਕ ਤੁਸੀਂ ਬਣਾਉਣ ਵਿੱਚ ਕਾਮਯਾਬ ਰਹੇ ਜੀ? ਕਿਉਂਕਿ ਮੁੱਖ ਮੰਤਰੀ ਜਾਂ ਮੰਤਰੀ ਸਿੱਧੇ ਤੌਰ ਤੇ ਲੋਕਾਂ ਨਾਲ ਸੰਪਰਕ ਨਹੀਂ ਰੱਖ ਸਕਦੇ। ਸਰਕਾਰ ਦੇ ਨੁਮਾਇੰਦੇ ਤੇ ਲੋਕਾਂ ਦੇ ਨੁਮਾਇੰਦੇ ਜਿਹੜਾ ਇੱਕ ਪੁੱਲ ਦਾ ਕੰਮ ਆ ਉਹ ਇਹਨਾਂ ਵਿਧਾਇਕਾਂ ਨੇ ਕਰਦਾ।
ਤਾਂ ਪਬਲਿਕ ਇੰਟਰਸਟ ਨੂੰ, ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਅੱਜ ਭਗਵੰਤ ਮਾਨ ਨੇ ਇਹ ਜਿਹੜੀ ਮੀਟਿੰਗ ਕੀਤੀ, ਉਹਨਾਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੇ ਸਿੱਧੇ ਸੰਪਰਕ ਵਿੱਚ ਰਹਿਣਾ, ਕਿਸੇ ਨੂੰ ਵੀ ਕੋਈ ਏਦਾਂ ਦੀ ਜਿਹੜੀ ਫੀਲਿੰਗ ਵਿਧਾਇਕਾਂ ਨੇ ਵੀ ਆਪਣੀਆਂ ਜਿਹੜੀਆਂ ਮੁਸ਼ਕਲਾਂ ਤਾਂ ਕੁਝ ਦੱਸੀਆਂ, ਤੇ ਇਹ ਵੀ ਪਤਾ ਲੱਗਿਆ ਕਿ ਕਈ ਥਾਵਾਂ ਤੇ ਵਿਧਾਇਕਾਂ ਦੇ ਏਰੀਆ ਦੇ ਵਿੱਚ ਜਿੱਥੇ ਤੇ ਚਿੱਟਾ ਵਿਕਦਾ ਹੈ ਜਾਂ ਫਿਰ ਨਸ਼ਾ ਵਿਕਦਾ ਹੈ ਜਾਂ ਜਿੱਥੇ ਤੇ ਖਾਮੀ ਪਾਈ ਗਈ ਹੈ, ਉਹ ਵੀ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਕਹਿੰਦੇ ਲਿਆਈ ਗਈ ਹੈ। ਜੀ ਬਿਲਕੁਲ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵਿਧਾਇਕਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਖੇਤਰ ਦੀਆਂ ਕਿਹੜੀਆਂ ਸਮੱਸਿਆਵਾਂ ਨੇ, ਤੇ ਕੁਝ ਮਾਲਵੇ ਦੇ ਖੇਤਰ ਤੇ ਖਾਸ ਤੋਂ ਮਾਲਵੇ ਦੇ ਖੇਤਰ ਤੋਂ ਇਲਾਵਾ ਮਾਝੇ ਦੇ ਜਿਹੜੇ ਆਪਣੇ ਕਹਿ ਸਕਦੇ ਕਿ ਜਿੱਥੋਂ ਦੇ ਲਾਲਚੰਦ ਕਟਾਊਨ ਚੱਕ ਹੋਣੀ ਨੇ, ਜਿਹੜੇ ਆਪਾਂ ਪਹਾੜੀ ਇਲਾਕਿਆਂ ਦੀ ਗੱਲ ਕਰ ਸਕਦੇ, ਉਸ ਇਲਾਕੇ ਦੀਆਂ ਸਮੱਸਿਆਵਾਂ ਤੇ ਮਾਲਵੇ ਦੇ ਇਲਾਕੇ ਦੀਆਂ ਜਿੱਥੇ ਚਿੱਟਾ ਵਿਕਦਾ, ਉੱਥੋਂ ਦੇ ਵਿਧਾਇਕਾਂ ਨੇ ਵੀ ਆਪਣੀਆਂ ਗੱਲਾਂ ਜਿਹੜੀਆਂ ਨੇ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਸਾਹਮਣੇ ਰੱਖੀਆਂ ਨੇ, ਤੇ ਇਹਨਾਂ ਵੱਲੋਂ ਇਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਇੱਕ ਸਹਿਯੋਗ ਦੀ ਮੰਗ ਕੀਤੀ ਆ ਕਿ ਤਾਂ ਜੋ ਲੋਕਾਂ ਦੇ ਵਿੱਚ ਜਿਹੜੀ ਇਹ ਨਸ਼ੇ ਚਿੱਟੇ ਦੀ ਜਿਹੜੀ ਗੱਲ ਆ, ਤੇ ਦੂਜੇ ਪਾਸੇ ਉਹ ਜਿਹੜਾ ਪਠਾਨਕੋਟ ਦਾ ਜਿਹੜਾ ਇਲਾਕਾ ਜਿੱਥੋਂ ਲਾਲਚੰਦ ਕਟਾਰੂ ਚੱਕ ਆਉਂਦੇ ਨੇ, ਉਧਰ ਇਲਾਕੇ ਦੀਆਂ ਜਿਹੜੀਆਂ ਕੁਝ ਸਮੱਸਿਆਵਾਂ ਨੇ, ਪਾਣੀ ਦੀ ਸਮੱਸਿਆ, ਪੁਲ ਦੀ ਸਮੱਸਿਆ ਜਾਂ ਕੁਝ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਸਰਕਾਰ ਦੇ ਜਿਹੜੇ ਚੁੱਕੇ ਜਾਣ ਕਦਮਾਂ ਨੂੰ ਜ਼ੋਰ ਵਾਸਤੇ ਕਿਹਾ ਕਿ ਇਹ ਕਦਮ ਜਲਦੀ ਪੁੱਟੇ ਜਾਣ, ਤਾਂ ਜੋ ਲੋਕ ਜਿਹੜੇ ਨੇ ਇਸ ਅਯੋਗੀ ਸਰਕਾਰ ਦੇ ਵਿੱਚ ਆਪਣਾ ਵਿਸ਼ਵਾਸ ਜਿਹੜਾ ਉਹ ਸਥਾਪਿਤ ਕਰ ਸਕਣ। ਜੀ ਬਿਲਕੁਲ। ਤਾਂ ਇਹ ਜਿਹੜੀ ਮੀਟਿੰਗ ਚੱਲੀ ਸੀਗੀ ਵਿਧਾਇਕਾਂ ਦੇ ਨਾਲ, ਭਗਵੰਤ ਸਿੰਘ ਮਾਨ ਹੋਰਾਂ ਦੀ ਕਾਫੀ ਸਾਰਥਕ ਮੀਟਿੰਗ ਰਹੀ ਹੈ। ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਕੁਝ ਹਦਾਇਤਾਂ ਆਪਣੇ MLAs ਨੂੰ ਦਿੱਤੀਆਂ ਨੇ, ਤੇ MLAs ਨੇ ਵੀ ਲੋਕਾਂ ਨਾਲ ਸੰਬੰਧਿਤ ਜਿਹੜੀਆਂ ਮੁਸ਼ਕਲਾਤਾਂ ਨੇ ਉਹ ਵੀ CM ਦੇ ਧਿਆਨ ਦੇ ਵਿੱਚ ਲਿਆਂਦੀਆਂ ਨੇ। ਤਾਂ ਉਮੀਦ ਕਰਦੇ ਹਾਂ ਕਿ ਜਲਦ ਜਿਹੜੀਆਂ ਇਹਨਾਂ ਮੁਸ਼ਕਲਾਤਾਂ ਦਾ ਹੱਲ ਹੋਊਗਾ। ਤਾਂ ਉਧਰ ਬਜਟ ਜਿਹੜਾ ਬਣ ਰਿਹਾ ਅਣਖੀ ਸਾਹਿਬ, ਪੰਜਾਬ ਸਰਕਾਰ ਦੇ ਵੱਲੋਂ ਪਹਿਲ ਕੀਤੀ ਗਈ ਹੈ ਕਿ ਬਜਟ ਜਿਹੜਾ ਉਹ ਲੋਕਾਂ ਦੀ ਸਲਾਹ ਦੇ ਨਾਲ ਬਣੂਗਾ, ਤੇ ਦੂਜੇ ਪਾਸੇ ਦਮਗਜੇ ਵੀ ਮਾਰੇ ਜਾ ਰਹੇ ਆ ਕਿ ਅਜਿਹਾ ਬਜਟ ਬਣਾਵਾਂਗੇ ਕਿ ਭਾਈ ਕੋਈ ਵੀ ਜਿਹੜਾ ਹੈਗਾ ਪਿਛਲੇ 70 ਸਾਲਾਂ ਦੇ ਵਿੱਚ ਅਜਿਹਾ ਬਜਟ ਨਹੀਂ ਬਣਾ ਸਕਿਆ ਹੋਊਗਾ। ਪੈਸੇ ਤੁਹਾਡੇ ਕੋਲੇ ਹੈ ਨਹੀਂ, ਇਕੱਲਾ ਬਜਟ ਕਿਵੇਂ ਬਣਾਓਗੇ? ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਵੀ ਫਿਰ ਜਿਹੜਾ ਬਜਟ ਵਾਲਾ ਸਿਸਟਮ ਕਰਨਾ ਹੈ, ਬਜਟ ਦੇ ਲਈ ਪੈਸਾ ਜਿਹੜਾ ਚਾਹੀਦਾ ਹੈ, ਉਹ ਜਿਹੜਾ ਤੁਸੀਂ ਵੀ ਫਿਰ ਕਰਜ਼ਾ ਹੀ ਚੱਕੋਗੇ। ਪੈਸੇ ਤੁਹਾਡੇ ਕੋਲੇ ਹੈ ਨਹੀਂ। ਪਹਿਲੇ 40 ਦਿਨਾਂ ਦੇ ਵਿੱਚ ਤੁਸੀਂ 700 ਕਰੋੜ ਦਾ ਕਰਜ਼ਾ ਚੁੱਕ ਚੁੱਕੇ ਹੋ, ਤੇ ਹੁਣ ਤੁਸੀਂ ਕਹਿ ਰਹੇ ਹੋ, ਦਮਗਜਾ ਇਹੋ ਜਿਹਾ ਮਾਰ ਰਹੇ ਹੋ ਕਿ ਨਰਿੰਦਰ ਮੋਦੀ ਦੇ ਨਾਲ ਮੇਲ ਖਾਂਦਾ ਜੋ ਜੁਲਦਾ, ਉਹ ਵੀ ਹਰੇਕ ਗੱਲ ਇਹੀ ਕਹਿ ਦਿੰਦਾ ਸੀ ਕਿ ਪਿਛਲੇ 70 ਸਾਲਾਂ ਤੋਂ ਆਹ ਨਹੀਂ ਹੋਇਆ, ਪਿਛਲੇ 70 ਸਾਲਾਂ ਤੋਂ ਆਹ ਨਹੀਂ ਹੋਇਆ। ਇਹੀ ਗੱਲ ਹੁਣ ਇਹਨਾਂ ਨੇ ਕਹਿਣੀ ਸ਼ੁਰੂ ਕਰ ਦਿੱਤੀ ਹੈ ਕਿ ਪਿਛਲੇ 70 ਸਾਲਾਂ ਤੋਂ ਆਹ ਨਹੀਂ ਹੋਇਆ। ਕਿਤੇ ਕਿਤੇ ਇਹਨਾਂ ਵਾਲੇ 75 ਦੀ ਵੀ ਕਹਿ ਦਿੰਦੇ ਆ ਕਿ ਪਿਛਲੇ 75 ਸਾਲਾਂ ਤੋਂ ਆਹ ਨਹੀਂ ਹੋਇਆ। ਤੇ ਹੁਣ ਇਹ ਕਹਿੰਦੇ ਕਿ ਅਸੀਂ ਬਜਟ ਇਹੋ ਜਿਹਾ ਬਣਾਵਾਂਗੇ ਤੇ ਪੈਸੇ ਹੈ ਨਹੀਂ। ਅਣਖ ਸਾਹਿਬ ਕਿਵੇਂ ਦੇਖਦੇ ਹੋ? ਇਹ ਦਮਗਜਾ ਤਾਂ ਨਹੀਂ ਰਹਿ ਜਾਊਗਾ ਕਿ ਵਾਕਈ ਇਹ ਲੋਕਾਂ ਦੀ ਆਸਾਂ ਤੇ ਖਰੇ ਉਤਰੂਗਾ ਜਿਹੜਾ ਬਜਟ? ਸਲਾਹ ਵੀ ਲੋਕਾਂ ਦੀ ਮੰਗੀ ਜਾ ਰਹੀ ਹੈ। ਅੱਜ ਅਖਬਾਰਾਂ ਦੇ ਵਿੱਚ ਪਹਿਲੇ ਪੇਜ ਤੇ ਇਸ਼ਤਿਹਾਰ ਸਾਰੀਆਂ ਦਿੱਤਾ ਗਿਆ ਕਿ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਬਜਟ ਬਣਾਉਣਾ ਤੇ ਆਪਣੇ ਸੁਝਾਅ ਜਿਹੜੇ ਸਾਨੂੰ ਦਿਓ, ਤੇ ਤੁਹਾਡੇ ਸੁਝਾਵਾਂ ਦੇ ਸਿਰ ਤੇ ਅਸੀਂ ਜਿਹੜਾ ਪੰਜਾਬ ਦਾ ਜਿਹੜਾ ਬਜਟ ਆ ਉਹ ਬਣਾਉਣਾ ਹੈਗਾ। ਸਾਰੀਆਂ ਅਖਬਾਰਾਂ ਚ ਅੱਜ ਇਸ਼ਤਿਹਾਰ ਫੁੱਲ ਪੇਜ ਦਾ ਭਗਵੰਤ ਮਾਨ ਹੋਰਾਂ ਵੱਲੋਂ ਦਿੱਤਾ ਗਿਆ। ਹੁਣ ਇਹਦੀ ਜਿਹੜੀ ਮਸ਼ਹੂਰੀ ਆ ਪਤਾ ਨਹੀਂ ਕਿਸ ਪੱਧਰ ਤੇ ਕਿਸ ਤਰੀਕੇ ਨਾਲ ਕਰਨੀ ਹੈ, ਕਿਉਂਕਿ ਵਿਰੋਧੀ ਪਾਰਟੀਆਂ ਜਿਸ ਤਰੀਕੇ ਨਾਲ ਤੁਸੀਂ ਵੀ ਗੱਲ ਕੀਤੀ ਹੈ, ਵਿਰੋਧੀ ਪਾਰਟੀਆਂ ਦੇ ਆਧਾਰ ਤੇ ਕਿ 7000 ਕਰੋੜ ਦਾ ਜਿਹੜਾ ਕਰਜ਼ਾ ਉਹ ਚੁੱਕ ਲਿਆ ਗਿਆ, ਤਾਂ ਇਹੋ ਜਿਹੇ ਜਿਹੜੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਅਸੀਂ ਕਹਿ ਸਕਦੇ ਕਿ ਭਾਵਨਾਤਮਕ ਤੌਰ ਤੇ, ਮਾਨਸਿਕ ਤੌਰ ਤੇ ਬਲੈਕਮੇਲ ਕਰਨ ਦੀ ਜਿਹੜੀ ਪ੍ਰਕਿਰਿਆ ਆ, ਉਹ ਸ਼ਾਇਦ ਹੁਣ ਭਗਵੰਤ ਮਾਨ ਹੋਰਾਂ ਨੇ ਭਾਰਤੀ ਜਨਤਾ ਪਾਰਟੀ ਜਾਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਹ ਤੋਂ ਚੰਗੀ ਤਰ੍ਹਾਂ ਸਿੱਖ ਲਈ ਆ। ਉਹਨਾਂ ਨੂੰ ਤੇ ਉਹ ਚੱਲਣ ਦੇ ਗਿਆ। ਤੁਸੀਂ ਗੱਲ ਕਰ ਰਹੇ ਸੀ ਕਿ ਇਹਨਾਂ ਕੋਲ ਪੈਸਾ ਹੈ ਨਹੀਂ, ਔਰ ਕਹਿ ਰਹੇ ਆ ਕਿ ਅਸੀਂ ਬਜਟ ਇਹੋ ਜਿਹਾ ਬਣਾਵਾਂਗੇ ਜਿਹੜਾ ਪਿਛਲੇ 70 ਸਾਲਾਂ ਦੇ ਵਿੱਚ ਜਾਂ 75 ਸਾਲਾਂ ਚ ਨਹੀਂ ਬਣਿਆ ਹੋਏਗਾ। ਸੁਖਵਿੰਦਰ ਜੀ, ਜਦੋਂ ਨਵੀਆਂ ਸਰਕਾਰਾਂ ਆਉਂਦੀਆਂ ਨੇ ਉਹਨਾਂ ਨੇ ਇਹੋ ਜਿਹੇ ਦਮਗਜੇ ਜਿਹੜੇ ਨੇ ਉਹ ਮਾਰਦੇ ਹੁੰਦੇ ਆ, ਇਹੋ ਜਿਹੇ ਦਾਅਵੇ ਵਾਅਦੇ ਕਰਨੇ ਹੁੰਦੇ ਆ, ਤੇ ਉਹਨਾਂ ਵਾਅਦਿਆਂ ਦਾਅਵਿਆਂ ਦੇ ਸਿਰ ਤੇ ਹੀ ਇਹਨਾਂ ਨੇ ਜਿਹੜਾ 5 ਸਾਲ ਕੋਈ ਵੀ ਪਾਰਟੀ ਨੇ ਜਿਹੜਾ ਰਾਜ ਆ ਉਹ ਕਰਨਾ ਹੁੰਦਾ, ਤੇ ਉਹੀ ਦਮਗਜੇ ਜਿਹੜੇ ਨੇ ਆਮ ਆਦਮੀ ਪਾਰਟੀ ਨੇ ਮਾਰਦੇ ਜਿਹੜੇ ਸਟਾਰਟ ਤੇ ਸ਼ੁਰੂ ਕਰ ਦਿੱਤੇ ਆ। ਹੁਣ ਦੋ ਗੱਲਾਂ ਬੜੀਆਂ ਮਹੱਤਵਪੂਰਨ ਨੇ। ਇੱਕ ਤਾਂ ਪੈਸਾ ਇਹਨਾਂ ਸਰਕਾਰ ਕੋਲ ਹੈ ਨਹੀਂ, ਦੂਜੇ ਪਾਸੇ 7000 ਕਰੋੜ ਦਾ ਜਿਹੜਾ ਕਰਜ਼ਾ 1.5 ਮਹੀਨੇ ਦੇ ਵਿੱਚ ਹੀ ਸਰਕਾਰ ਦੇ ਸਿਰ ਤੇ ਚੜ ਚੁੱਕਾ, ਜਿਹੜਾ ਨਵਾਂ ਲੈ ਗਿਆ। ਦੂਸਰੇ ਪਾਸੇ ਸ਼ਰਾਬ ਦੀ ਕੋਈ ਪਾਲਿਸੀ ਜਿਹੜੀ ਆ ਉਹ ਨਹੀਂ ਬਣੀ, ਟਰਾਂਸਪੋਰਟ ਮਹਿਕਮੇ ਨੂੰ ਲੈ ਕੇ ਕੋਈ ਨਹੀਂ, ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਜਿੱਥੋਂ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਅਸੀਂ ਇੰਨੇ 1000 ਕਰੋੜ ਰੁਪਇਆ ਲੈ ਲਾਂਗੇ, ਉਹਦੇ ਸੰਬੰਧੀ
ਨਵਜੋਤ ਸਿੱਧੂ ਰੋਜ਼ ਪ੍ਰਸ਼ਨ ਉਠਾਉਂਦਾ ਕਿ ਆਪ ਹੀ ਦੱਸੋ ਕਿਸ ਤਰੀਕੇ ਨਾਲ ਕਰੋਗੇ। ਸਗੋਂ ਦੀ ਰੇਤੇ ਦੇ ਵਿੱਚ ਦੂਸਰੇ ਕੱਲ ਪਾਸੇ ਉਹਨਾਂ ਨੇ ਰੇਤੇ ਦੇ ਵਿੱਚੋਂ ਤਾਂ ਉਹਨਾਂ ਨੇ ਕੱਲ ਚੈਲੰਜ ਕਰਤਾ। ਪਹਿਲਾਂ ਉਹ ਇਹ ਗੱਲ ਕਹਿੰਦੇ ਰਹੇ ਆ ਕਿ ਭਾਈ ਤੁਸੀਂ 20,000 ਕਰੋੜ ਕਹਿੰਦੇ ਆ, ਤੁਸੀਂ 2,000 ਕਰੋੜ ਰੁਪਈਆ ਰੇਤੇ ਦੇ ਵਿੱਚੋਂ ਕੱਢ ਕੇ ਦਿਖਾ ਦਿਓ। ਹੁਣ ਉਹਨਾਂ ਨੇ ਕਿਹਾ ਕਿ ਜਿਹੜੇ ਹਿਸਾਬ ਦੇ ਨਾਲ ਠੇਕੇਦਾਰੀ ਸਿਸਟਮ ਰੇਤੇ ਦਾ ਚੱਲ ਰਿਹਾ ਹੈ ਉਹਦੇ ਵਿੱਚੋਂ ਤੂੰ 200 ਹੀ ਕੱਢ ਕੇ ਦਿਖਾ ਦੇ। ਕੇਜਰੀਵਾਲ ਨੂੰ ਉਹ ਚੈਲੰਜ ਕਰ ਰਹੇ ਨੇ। ਪੈਸਾ ਆਉਣ ਦੀ ਸੰਭਾਵਨਾ ਜਿਹੜੀ ਇਹਨਾਂ ਨੂੰ ਸੀਗੀ ਉੱਥੋਂ ਪੈਸਾ ਆ ਨਹੀਂ ਰਿਹਾ ਤੇ ਪਹਿਲਾਂ ਹੀ ਕਰਜ਼ੇ ਦੇ ਪੰਜਾਬ ਵਿੱਚ ਡੁੱਬਿਆ ਹੋਇਆ, ਪੈਸੇ ਤੁਹਾਡੇ ਕੋਲੇ ਹੈ ਨਹੀਂ, ਫਿਰ ਤੁਸੀਂ ਕਹਿ ਰਹੇ ਹੋ ਕਿ ਬਜਟ ਇਹੋ ਜਿਹਾ ਬਣਾਵਾਂਗੇ 70 ਸਾਲਾਂ ਦੇ ਵਿੱਚ ਨਹੀਂ ਬਣਿਆ ਹੋਊਗਾ। ਇਹ ਲੋਕ ਆਸਾਂ ਜ਼ਿਆਦਾ ਨਾ ਰੱਖਣ ਜਾਂ ਰੱਖਣ ਅਣਖੀ ਸਾਹਿਬ। ਮੈਂ ਉਦੋਂ ਲੱਗਾ ਸੌਂ ਦੇਖੋ, ਜੇ ਤੁਸੀਂ ਭਗਵੰਤ ਮਾਨ ਹੁਣਾਂ ਦੀ ਗੱਲ ਕਰਦੇ ਜੇ ਕਿ ਸ਼ਾਇਦ ਇਹਨਾਂ ਦੇ ਦਮਗਜ਼ੇ ਕਿਸ ਤਰੀਕੇ ਨਾਲ ਬਾਹਰ ਜਾਂ ਕਿਸ ਤਰੀਕੇ ਨਾਲ ਖਜ਼ਾਨਾ ਲੈਣਗੇ, ਇੱਕ ਗੱਲ ਜਿਹੜੀ ਸੁਖਵਿੰਦਰ ਜੀ ਜਿਹੜੀ ਮੈਨੂੰ ਆਮ ਆਦਮੀ ਪਾਰਟੀ ਦੇ ਇਹਨਾਂ ਐਲਾਨਾਂ ਦੇ ਪਿੱਛੇ ਜਾਂ ਦਮਗਜ਼ਿਆਂ ਦੇ ਪਿੱਛੇ ਮਜ਼ਬੂਤ ਤੌਰ ਤੇ ਲੱਗਦੀ ਦਿਖਾਈ ਜਿਹੜੀ ਦਿੰਦੀ ਆ ਉਹ ਹੈ ਅਰਵਿੰਦ ਕੇਜਰੀਵਾਲ ਦਾ IRS ਅਧਿਕਾਰੀ ਦੇ ਰੂਪ ਵਿੱਚ ਨੌਕਰੀ ਕਰਦੀ ਤੇ ਵਾਪਸ ਆਉਣਾ। ਕਿਉਂਕਿ ਜਿਸ ਤਰੀਕੇ ਨਾਲ ਉਹ ਕਹਿੰਦਾ ਰਿਹਾ ਕਿ ਮੈਨੂੰ ਪਤਾ ਕਿ ਪੈਸਾ ਕਿੱਥੋਂ ਆਉਣਾ, ਮੈਨੂੰ ਪਤਾ ਕਿ ਪੈਸਾ ਕਿਵੇਂ ਕਰਦਾ, ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਭਗਵੰਤ ਮਾਨ ਦਾ ਜਾਂ ਪੰਜਾਬ ਦੀ ਜਿਹੜੀ ਮਾਨ ਸਰਕਾਰ ਆ ਇਸ ਦਾ ਆਪਣੇ ਅਰਵਿੰਦ ਕੇਜਰੀਵਾਲ ਦਾ ਉਹ ਜਿਹੜਾ IRS ਅਧਿਕਾਰੀ ਦਾ ਤਜਰਬਾ ਜਿਹੜਾ ਪਿਛਲੇ ਦੌਰ ਚ ਰਿਹਾ, ਸ਼ਾਇਦ ਉਹਦੇ ਆਧਾਰ ਤੇ ਹੀ ਇਹੋ ਜਿਹੇ ਐਲਾਨ ਜਿਹੜੇ ਨੇ ਕਰ ਰਹੇ ਨੇ ਕਿ ਸ਼ਾਇਦ ਕੋਈ ਚਮਤਕਾਰ ਉਹ ਹੋ ਜਾਵੇ। ਪਰ ਲਗਾਤਾਰ ਜਿਹੜੇ ਹੈਗੇ ਆ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਰੇਤੇ ਦੀ ਪਾਲਿਸੀ ਤੇ ਕੰਮ ਵੀ ਕੀਤਾ ਹੈ, ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਤੂੰ ਦੱਸ ਭਾਈ 2000 ਵੀ ਆ ਨਹੀਂ ਸਕਦਾ, 200 ਵੀ ਆ ਨਹੀਂ ਸਕਦਾ। ਤੇ ਜੇ IRS ਇੱਕ ਅਫਸਰ ਨੂੰ ਨਵਜੋਤ ਸਿੰਘ ਸਿੱਧੂ ਇੱਕ ਖਿਡਾਰੀ ਜਿਹੜਾ ਕਾਮਯਾਬ ਖਿਡਾਰੀ ਤੋਂ ਪੋਲੀਟੀਸ਼ੀਅਨ ਬਣਿਆ, ਨਵਜੋਤ ਸਿੰਘ ਸਿੱਧੂ ਜਿਹੜਾ ਉਹ IRS ਅਫਸਰ ਤੋਂ ਪੋਲੀਟੀਸ਼ੀਅਨ ਬਣੇ, ਅਰਵਿੰਦ ਕੇਜਰੀਵਾਲ ਨੂੰ ਇਹ ਚੈਲੰਜ ਕਰ ਰਿਹਾ ਹੈ ਕਿ ਦੱਸ ਭਾਈ ਪੈਸਾ ਜਿਹੜਾ ਤੂੰ ਕਹਿ ਰਿਹਾ ਇੰਨਾ ਤਾਂ ਆ ਹੀ ਨਹੀਂ ਸਕਦਾ, ਆਊਗਾ ਇੰਨਾ। ਲਗਾਤਾਰ ਉਹ ਚੈਲੰਜ ਕਰ ਰਿਹਾ। ਜੇ ਇੰਨਾ ਹੀ IRS ਅਫਸਰੀ ਦੇ ਉੱਪਰ ਮਾਣ ਸੀਗਾ ਉਹਨਾਂ ਨੂੰ ਤਾਂ ਫਿਰ ਹਾਲੇ ਤੱਕ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਦਾ ਜਵਾਬ ਕਿਉਂ ਨਹੀਂ ਦੇ ਪਾਏ, ਤਾਂ ਫਿਰ ਪਾਲਿਸੀ ਕਿਉਂ ਨਹੀਂ ਬਣਾ ਪਾਏ? ਹੋਰ ਬਹੁਤ ਸਾਰੀਆਂ ਗੱਲਾਂ ਦੇ, ਸਿਰਫ ਰੇਤੇ ਦੀ ਪਾਲਿਸੀ ਨਹੀਂ, ਸ਼ਰਾਬ ਪਾਲਿਸੀ ਹੋਰ ਵੀ ਬਹੁਤ ਸਾਰੀਆਂ ਨੇ, ਬਣਾ ਹੀ ਨਹੀਂ ਪਾਏ ਹਾਲੇ ਤੱਕ, ਜਿਹੜੀਆਂ ਗੱਲਾਂ ਤੋਂ ਲੱਗਦਾ ਕਿ ਇਹ ਸਿਰਫ ਦਮਗਜੇ ਨੇ। ਮੈਂ ਤੁਹਾਡੀ ਉਹੀ ਗੱਲ ਕਰਨ ਲੱਗਾ ਕਿ ਅਸੀਂ ਕੇਵਲ ਨਵਜੋਤ ਸਿੱਧੂ ਦੇ ਆਧਾਰ ਦੀ ਗੱਲ ਆਪਾਂ ਨਾ ਕਰੀਏ, ਆਪਾਂ ਕੇਵਲ ਤੇ ਜਿਹੜੀ ਆਮ ਆਦਮੀ ਪਾਰਟੀ ਸੁਪਰੀਮੋ ਤੇ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਇਹ ਆਪਸ ਦੇ ਵਿੱਚ ਕੀ ਸੋਚਦੀ ਆ, ਆਪਾਂ ਫੋਕਸ ਇਹਦੇ ਤੇ ਰੱਖ ਕੇ ਜੇਕਰ ਗੱਲ ਕਰੀਏ ਤਾਂ ਇਹ ਬੈਟਰ ਲੱਗੂਗਾ ਕਿ ਜੇਕਰ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਕਿ ਅਸੀਂ ਸਭ ਕੁਝ ਇਹੋ ਜਿਹੀ ਚੀਜ਼ਾਂ ਲਿਆ ਦਾਂਗੇ ਤੇ ਦੂਜੇ ਪਾਸੇ ਨਵਜੋਤ ਸਿੱਧੂ ਇਹਦੇ ਤੇ ਇਲਜ਼ਾਮ ਲਾ ਰਹੇ ਤਾਂ ਜਵਾਬ ਦੇਣਾ ਮੇਰਾ ਨਹੀਂ ਖਿਆਲ ਬਿਆਨਾਂ ਦੇ ਰੂਪ ਦੇ ਵਿੱਚ ਸੁਖਵਿੰਦਰ ਜ਼ਿਆਦਾ ਵਧੀਆ ਹੋਵੇਗਾ। ਗੱਲ ਇਹ ਹੋਏਗੀ ਫਿਰ ਕਰਕੇ ਦੱਸਣ, ਕਿਉਂਕਿ ਬਿਆਨ ਤਾਂ ਦਿੱਤੇ ਜਾ ਸਕਦੇ, ਬੀਤੇ ਇਹਨੇ 1.5 ਮਹੀਨੇ ਤੋਂ ਐਲਾਨ ਹੀ ਹੋ ਰਹੇ ਨੇ, ਕੋਈ ਅਮਲੀ ਰੂਪ ਭਗਵੰਤ ਮਾਨ ਦੀ ਸਰਕਾਰ ਵੱਲੋਂ ਅਜੇ ਤੱਕ ਕੀਤਾ ਨਹੀਂ ਗਿਆ। ਅਜੇ ਜੇਕਰ ਐਲਾਨ ਹੀ ਕਰਦੇ ਤਾਂ ਉਹ ਐਲਾਨ ਕਰ ਦੇਣਗੇ, ਅਸੀਂ ਤੁਹਾਨੂੰ ਦੱਸ ਦਾਂਗੇ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਪਿੱਛੇ ਐਲਾਨ ਕੀਤਾ ਸੀ ਕਿ ਹਾਂ ਭਾਈ ਅਸੀਂ ਜਵਾਬ ਦਾਂਗੇ ਵਿਧਾਨ ਸਭਾ ਦੇ ਅੰਦਰ ਦਵਾਂਗੇ। ਇਹ ਇੱਕ ਗੱਲ ਮੈਨੂੰ ਯਾਦ ਆ ਕਿ ਉਹਨਾਂ ਨੇ ਇੰਨੀ ਗੱਲ ਕਹੀ ਸੀ। ਗੱਲ ਇੱਥੇ ਸੁਖਵਿੰਦਰ ਜੀ ਉਹਨਾਂ ਬਿਆਨਾਂ ਦੇ ਵਿਰੋਧੀ ਧਿਰ ਦੇ ਲਾਏ ਗਏ ਇਲਜ਼ਾਮਾਂ ਦਾ ਜਵਾਬ ਦੇਣ ਦੇ ਵਿੱਚ, ਬਿਆਨ ਦੇਣ ਦੇ ਵਿੱਚ ਗੱਲ ਨਹੀਂ ਖਤਮ ਹੋਣੀ। ਗੱਲ ਖਤਮ ਹੋਣੀ ਆ ਕਿ ਤੁਸੀਂ ਕੀ ਲੋਕਾਂ ਨੂੰ ਦਿਖਾਉਂਦੇ ਜੇ, ਕੀ ਲੋਕਾਂ ਨੂੰ ਵਿਖਾਉਂਦੇ ਜੇ। ਲੋਕਾਂ ਨੇ 1.5 ਮਹੀਨਾ ਜਿਹੜਾ ਸਰਕਾਰ ਦੇ ਕੰਮਕਾਜ ਨੂੰ ਵੇਖਿਆ ਔਰ ਲੋਕ ਅਜੇ ਪੰਜਾਬ ਦੇ ਲੋਕ ਅਜੇ ਵੀ ਚੁੱਪ ਨੇ, ਅਜੇ ਵੀ ਸਰਕਾਰ ਵੱਲ ਵੇਖਦੇ ਪਏ ਆ ਕਿ ਸਰਕਾਰ ਕਿਹੋ ਜਿਹੇ ਜਿਹੜੇ ਬੀਤੇ ਦੌਰ ਜਾਂ ਅਗਲੇ ਭਵਿੱਖ ਦੇ ਵਿੱਚ ਕਿਹੋ ਜਿਹੇ ਕੰਮ ਕਰੇਗੀ। ਤੇ ਜਿਸ ਦਿਨ ਇਹਨਾਂ ਦਾ ਬਜਟ ਪੇਸ਼ ਹੋਵੇਗਾ ਉਸ ਦਿਨ ਜਿਹੜੀ ਆ ਪੂਰੀ ਤਸਵੀਰ ਜਿਹੜੀ ਸਾਫ਼ ਹੋਏਗੀ ਕਿ ਸਰਕਾਰ ਦਾ ਰੋਡ ਮੈਪ ਕੀ ਆ, ਸਰਕਾਰ ਦੇ ਪੈਸੇ ਕਿੱਥੋਂ ਲਿਆਉਣੇ ਨੇ, ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਤੇ ਜੇਕਰ 7,000 ਕਰੋੜ ਰੁਪਏ ਦੀ ਰਾਸ਼ੀ ਨਾਲ ਇਸ ਵੇਲੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਘਿਰਦੀ ਪਈ ਆ ਤੇ ਜੇਕਰ ਜਿਹੜਾ ਪੇਸ਼ ਕਰ ਦੇਣਗੇ ਬਜਟ ਤੇ ਜੇਕਰ ਉਸ ਬਜਟ ਦੇ ਵਿੱਚ ਵੀ ਕੱਖ ਨਾ ਨਿਕਲਿਆ ਤਾਂ ਫਿਰ ਇਹਨਾਂ ਦੀ ਹਵਾ ਜਿਹੜੀ ਆ ਉਦੋਂ ਪਤਾ ਲੱਗੇਗਾ ਕਿ ਇਹ ਦਮਗਜੇ ਸਨ। ਪਰ ਜੋ ਹਾਲਾਤਾਂ ਦੇ ਮੁਤਾਬਕ ਅਣਖੀ ਸਾਹਿਬ, ਹਾਲਾਤਾਂ ਦੇ ਮੁਤਾਬਕ ਲੱਗਦਾ ਕਿ ਲੋਕਾਂ ਨੂੰ ਆਸ ਰੱਖਣੀ ਚਾਹੀਦੀ ਹੈ, ਕਿਉਂਕਿ ਲੋਕ ਹਰ ਵਾਰ ਆਸ ਰੱਖਦੇ ਨੇ, 5 ਸਾਲਾਂ 'ਚ 5 ਵਾਰੀ ਆਸ ਰੱਖਦੇ ਨੇ, ਪਰ ਬਜਟ ਜਿਹੜਾ ਨਿਕਲਦਾ ਹੈ ਠੁੱਸ। ਸੁਖਵਿੰਦਰ ਜੀ ਉਹ ਤਾਂ ਹਮੇਸ਼ਾ ਜੀਵਨ 'ਚ ਇਸ ਤਰ੍ਹਾਂ ਹੀ ਰਿਹਾ। ਜਿੱਤ ਦੀਆਂ ਰਾਜਨੀਤਿਕ ਪਾਰਟੀਆਂ ਰਹੀਆਂ ਨੇ ਭਾਵੇਂ ਕੋਈ ਵੀ ਜਿੱਤਣ, ਲੋਕ ਪੰਜਾਬ ਦੇ ਹੱਥ ਆ। ਲੋਕਾਂ ਨੇ ਹੁਣ ਇਸ ਤੋਂ ਬਾਅਦ ਲੋਕ ਕਰ ਦੇਣਗੇ ਵੀ ਕੀ, ਲੋਕਾਂ ਦੀਆਂ ਆਸਾਵਾਂ ਤਾਂ ਹੁਣ ਉਸ ਬਜਟ ਤੇ ਟਿਕੀਆਂ ਨੇ, ਕਿਉਂਕਿ ਬਜਟ ਕਿਸੇ ਵੀ ਸਰਕਾਰ ਦਾ ਪੇਸ਼ ਹੋਵੇ ਉਹਦੇ 'ਚ ਲੋਕਾਂ ਦੀ ਸ਼ੇਰਾ ਲਾਈ ਹੁੰਦੀ ਆ, ਮਾੜੇ ਤੋਂ ਲੈ ਕੇ ਉੱਪਰ ਦੇ ਬੰਦੇ ਤੱਕ। ਪਰ ਦੂਜੇ ਪਾਸੇ ਸੱਤਾਧਾਰੀ ਪਾਰਟੀ ਇਹ ਦਾਅਵੇ ਕਰਦੀ ਹੁੰਦੀ ਕਿ ਵੇਖੋ ਜੀ ਜਿਹੋ ਜਿਹਾ ਅਸੀਂ ਬਜਟ ਪੇਸ਼ ਕੀਤਾ ਸ਼ਾਇਦ ਕਿਤੇ ਬੀਤੇ ਦੌਰ 'ਚ ਪਹਿਲਾਂ ਕਦੀ ਹੋਇਆ ਹੀ ਨਹੀਂ। ਤੇ ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਉਹਨੂੰ ਘੇਰਦੀ ਹੁੰਦੀ ਕਿ ਸਭ ਤੋਂ ਨਾਕਾਮਾ ਬਜਟ ਆ। ਪਰ
ਇੱਕ ਪਾਸੇ ਨਕਮਾ ਕਹਿਣ ਪਾਸੇ ਤੇ ਇੱਕ ਪਾਸੇ ਵਧੀਆ ਕਹਿਣ ਵਾਲਿਆਂ ਦੀ ਜਿਹੜੀ ਚੱਕੀ ਦੇ ਵਿੱਚ ਪਿਸਦੇ ਨੇ ਉਹ ਸਧਾਰਨ ਲੋਕ ਪਿਸਦੇ ਨੇ, ਤੇ ਇਹ ਲੋਕਾਂ ਨੇ ਵੇਖਣਾ। ਇਹਦਾ ਸਮਾਂ ਜਿਹੜਾ ਹੁਣ ਪਤਾ ਲੱਗੇਗਾ ਕਿ ਜਿਸ ਦਿਨ ਇੱਕ ਪਾਸੇ ਦਾ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਲੋਕਾਂ ਕੋਲ ਸੁਝਾਅ ਮੰਗੇ ਗਏ ਨੇ ਇਸ ਬਜਟ ਨੂੰ ਬਣਾਉਣ ਨੂੰ, ਇਹ ਵੀ ਗੱਲ ਇੱਕ ਪ੍ਰਸ਼ਨ ਉੱਠਦਾ ਕਿ ਲੋਕੀ ਜਿਹੜੇ ਸੁਝਾਅ ਦੇਣਗੇ ਕਿ ਉਹ ਕੋਈ ਪੋਰਟਲ ਤੇ ਪਾਏ ਜਾਣਗੇ, ਲੋਕਾਂ ਨੂੰ ਦੱਸਿਆ ਜਾਏਗਾ ਕਿ ਹਾਂ ਵੀ ਇੰਨੇ ਵਿਚਾਰ ਸਾਡੇ ਤੱਕ ਪਹੁੰਚਦੇ, ਇਹ ਸੁਝਾਅ ਤੁਸੀਂ ਦਿੱਤੇ ਤੇ ਉਹਨਾਂ ਸੁਝਾਵਾਂ ਤੇ ਅਸੀਂ ਜਿਹੜਾ ਬਜਟ ਤਿਆਰ ਕੀਤਾ। ਬੜੇ ਪ੍ਰਸ਼ਨ ਨੇ, ਕੇਵਲ ਅਸੀਂ ਉਸ ਪੈਸੇ ਦੇ ਖਾਤਰ ਦੀ ਨਾ ਗੱਲ ਕਰੀਏ, ਉਸ ਲੋਕਾਂ ਦੀ ਭਰੋਸੇਯੋਗਤਾ ਨੂੰ ਵੀ ਬਹਾਲ ਰੱਖਣ ਵਾਲੇ ਬਿਆਨਾਂ ਦੇ ਸੰਦਰਭ 'ਚ ਵੇਖੀਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਕਾਰੀ ਬੀਤੇ ਸਮੇਂ ਦੇ ਵਿੱਚ ਤੇ ਅਗਲੇ ਭਵਿੱਖ 'ਚ ਕਿਹੋ ਜਿਹੀ ਰਹਿਣ ਵਾਲੀ ਆ। ਜੇਕਰ ਭ੍ਰਿਸ਼ਟਾਚਾਰ ਦੇ ਸੰਬੰਧ ਵਿੱਚ ਇਹਨਾਂ ਨੇ ਨੰਬਰ ਜਾਰੀ ਕੀਤਾ ਤਾਂ ਅੱਜ ਤੱਕ ਉਹਦਾ ਡਾਟਾ ਵੀ ਇਹਨਾਂ ਨੇ ਕਿਸੇ ਵੀ ਵੈਬਸਾਈਟ ਤੇ ਨਹੀਂ ਪਾਇਆ ਕਿ ਸਾਨੂੰ ਇੰਨੀਆਂ ਸ਼ਿਕਾਇਤਾਂ ਮਿਲੀਆਂ, ਇਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ, ਇਹਨਾਂ ਦੇ ਖਿਲਾਫ ਚੱਲਦੀ ਪਈ। ਜੇਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਆਣ ਕੇ ਇਹ ਦਾਅਵੇ ਕਰ ਸਕਦੇ ਕਿ ਇੰਨੇ ਫੂਲਸ ਕਾਲ ਆਈਆਂ, ਤਾਂ ਫਿਰ ਸੁਖਵਿੰਦਰ ਜੀ ਉਹਦੇ ਪਾਸੇ ਵੀ ਉਸ ਨੰਬਰ ਦਾ ਵੀ ਆਧਾਰ ਜਿਹੜਾ ਉਹ ਜ਼ਰੂਰ ਲੋਕਾਂ ਨੂੰ ਦੱਸਣਾ ਚਾਹੀਦਾ, ਲੋਕਾਂ ਨੂੰ ਬਿਆਨਾਂ ਦੇ ਆਧਾਰ ਤੇ ਗੁੰਮਰਾਹ ਨਾ ਕੀਤਾ ਜਾਵੇ। ਬਿਲਕੁਲ ਅਗਲੀ ਖਬਰ ਵਾਲੇ ਪਾਸੇ ਆਪਾਂ ਵੱਧ ਲੈਂਦੇ ਆ। ਅਕਾਲੀ ਦਲ ਦੀ ਜਿਹੜੀ ਬੁਰੀ ਹਾਰ ਵੋਟਾਂ ਦੇ ਵਿੱਚ ਹੋਈ, ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਕਿੰਨੀ ਬੁਰੀ ਹਾਰ ਹੈ, ਦੱਸਣ ਦੀ ਲੋੜ ਨਹੀਂ। ਪਰ ਹੁਣ ਅਕਾਲੀ ਦਲ ਨੂੰ ਅਫਸੋਸ ਜਿਹੜਾ ਹੋਣ ਲੱਗ ਗਿਆ। ਸਿਕੰਦਰ ਸਿੰਘ ਮਲੂਕਾ ਕਹਿੰਦੇ ਕਿ ਜੇ ਅਸੀਂ ਇਕੱਠੇ ਹੋ ਕੇ ਚੋਣਾਂ ਲੜਦੇ ਤਾਂ 31 ਸੀਟਾਂ ਜਿਹੜੀਆਂ ਸਾਡੀਆਂ ਆਉਣੀਆਂ ਸੀਗੀਆਂ ਜੇ ਬੀਜੇਪੀ ਦੇ ਨਾਲ ਗਠਜੋੜ ਦੇ ਨਾਲ ਹੀ ਲੜਦੇ, ਕਹਿੰਦੇ। ਤੇ ਨਾਲ ਹੀ ਨਾਲ ਉਹ ਇਹ ਗੱਲ ਕਹਿੰਦੇ ਦਿਖਾਈ ਦਿੱਤੇ ਕਿ ਸਾਨੂੰ ਜੇ ਇਕੱਠੇ ਹੋ ਜਾਈਏ ਅਸੀਂ ਤਾਂ ਸਾਡੇ ਲਈ ਚੰਗਾ ਹੋਊਗਾ। ਕਿਵੇਂ ਦੇਖਦੇ ਹੋ? ਇੱਕ ਵਾਰੀ ਚਰਚਾ ਰਿਜ਼ਲਟ ਆਉਣ ਤੋਂ ਥੋੜ੍ਹੇ ਦਿਨ ਪਹਿਲਾਂ ਵੀ ਚੱਲੀ ਸੀ ਕਿ ਭਾਈ ਜੇਕਰ ਇਕੱਠੇ ਲੋੜ ਪਈ ਤਾਂ ਅਸੀਂ ਇਕੱਠੇ ਗਠਜੋੜ ਕਰ ਲਾਂਗੇ। ਫਿਰ ਉਹ ਗੱਲ ਗਠਜੋੜ ਕਰਨ ਦੀ ਲੋੜ ਪਈ ਨਹੀਂ, 2 ਹੀ ਉਹਨਾਂ ਦੇ ਪੱਲੇ ਆਈਆਂ, 2-3 ਹੀ ਉਹਨਾਂ ਦੇ ਪੱਲੇ ਆਈਆਂ, ਗਠਜੋੜ ਕਰਨ ਦੀ ਲੋੜ ਪਈ ਨਹੀਂ। ਹੁਣ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਜਿਹੜਾ ਅਫਸੋਸ ਸਤਾਉਣ ਲੱਗ ਗਿਆ, ਤਾਂ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਨਾਲ ਫਿਰ ਗਠਜੋੜ ਜਿਹੜਾ ਹੋ ਸਕਦਾ, ਜਾਂ ਫਿਰ ਜਿਹੜੀ ਬੀਜੇਪੀ ਨੇ ਆਪਸ਼ਨ ਖੁੱਲੀ ਛੱਡੀ ਹੈ ਸਿੱਧੂ ਦੀ, ਜਾਖੜ ਦੀ, ਤੇ ਸਿੱਧੂ ਛੱਡ ਕੇ ਹੀ ਬੀਜੇਪੀ ਨੂੰ ਇਸ ਕਰਕੇ ਆਏ ਸੀਗੇ ਕਿ ਉਹ ਕਹਿੰਦੇ ਸੀ ਕਿ ਅਕਾਲੀ ਦਲ ਦੇ ਨਾਲੋਂ ਨਾਤਾ ਤੋੜੋ, ਤੇ ਅਕਾਲੀ ਦਲ ਦੇ ਨਾਲੋਂ ਨਾਤਾ ਟੁੱਟਿਆ ਪਰ ਖੇਤੀ ਕਾਨੂੰਨਾਂ ਦੇ ਕਰਕੇ ਟੁੱਟਿਆ। ਤਾਂ ਹੁਣ ਕੀ ਲੱਗਦਾ ਕਿ ਜਿਹੜੀ ਆਸ ਬੀਜੇਪੀ ਦੇ ਲੋਕਾਂ ਨੂੰ, ਕੁਝ ਲੋਕਾਂ ਨੂੰ ਹੈਗੀ ਹੈ ਕਿ ਸਿੱਧੂ ਬੀਜੇਪੀ 'ਚ ਆ ਜਾਣਗੇ, ਕੁਝ ਨਾ ਕੁਝ ਅੱਗੇ ਨਾਲੋਂ ਵਧਾਂਗੇ, ਤੇ ਜੇ ਤੁਹਾਨੂੰ ਕੀ ਲੱਗਦਾ ਹੈ ਕਿ ਬੀਜੇਪੀ ਦਾ ਹੱਥ, ਬੀਜੇਪੀ ਜਿਹੜੀ ਅਕਾਲੀ ਦਲ ਦਾ ਹੱਥ ਫੜੂ ਜਾਂ ਨਵਜੋਤ ਦੇ ਸਮੇਤ ਆਉਣ ਵਾਲੇ ਕੁਝ ਹੋਰ ਲੀਡਰਾਂ ਦਾ? ਦੇਖੋ ਜੀ, ਅਕਾਲੀ ਦਲ ਦੀ ਜਿਹੜੀ ਸਿਕੰਦਰ ਸਿੰਘ ਮਲੂਕਾ ਨੂੰ ਅਫਸੋਸ ਦੀਆਂ, ਉਹਨਾਂ ਨੂੰ ਹੁਣ ਪਛਤਾਵਾ ਹੋ ਰਿਹਾ। ਅਫਸੋਸ ਤੇ ਪਛਤਾਵੇ 'ਚ ਬੜਾ ਫਰਕ ਆ, ਕਿਉਂਕਿ ਹੁਣ ਗੇਮ ਜਿਹੜੀ ਹੱਥੋਂ ਨਿਕਲ ਗਈ ਆ, ਸਭ ਕੁਝ ਖਿੰਡ ਪੁੱਟ ਗਿਆ, ਤੇ ਹੁਣ 5 ਸਾਲ ਉਹਨਾਂ ਨੇ ਅਫਸੋਸ ਵੀ ਕਰਨਾ ਤੇ ਪਛਤਾਵਾ ਵੀ ਕਰਨਾ ਕਿ ਕਿਉਂ ਨਾ ਅਸੀਂ ਉਸ ਵਕਤ ਭਾਰਤੀ ਜਨਤਾ ਪਾਰਟੀ ਦੇ ਨਾਲ ਮਾਫ ਕਰਨਾ ਐਨਡੀਏ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਚੋਣਾਂ ਕਿਉਂ ਨਾ ਲੜੀਆਂ, ਤੇ ਸ਼ਾਇਦ ਅਸੀਂ 31 ਸੀਟਾਂ ਜਿੱਤੀ ਜਾਂਦੇ। ਸੁਖਵਿੰਦਰ ਜੀ, ਹੁਣ ਇਸ ਵੇਲੇ ਦੋਵਾਂ ਪਾਰਟੀਆਂ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਉਹ ਜਗ ਜਾ ਰਹਾ, ਜਿਹੜੀ ਤੁਸੀਂ ਬਿਆਨ ਕੀਤੀ, ਕਿਸੇ ਨੂੰ 2 ਤੇ ਕਿਸੇ ਨੂੰ 3। ਤੇ ਦੂਜੇ ਪਾਸੇ ਬਸਪਾ ਦੇ ਨਾਲ ਜਿਹੜਾ ਗੱਠਜੋੜ ਅਕਾਲੀ ਦਲ ਨੇ ਕੀਤਾ ਸੀ, ਉਹ ਵੀ ਗੱਠਜੋੜ ਹੁਣ ਮੇਰਾ ਖਿਆਲ ਖਤਮ ਹੀ ਹੋ ਚੁੱਕਾ ਹੋਣਾ ਜਾਂ ਖਤਮ ਹੋਣ ਦੇ ਕਿਨਾਰੇ ਹੋਣਾ। ਪਰ ਇੱਥੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਆਪਣਾ ਪੰਜਾਬ ਦੇ ਵਿੱਚ ਪੈਰ ਜਗਾਉਣ ਦਾ ਯਤਨ ਕਰ ਰਹੀ ਹੈ, ਜਿਸ ਤਰੀਕੇ ਦੇ ਨਾਲ ਉਹ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਮਾਨ ਜਿਹੜੀ ਸੰਭਾਲੀ ਹੋਈ ਆ, ਤੇ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੂਰਾ ਤੌਰ ਤੇ ਪੰਜਾਬੀ ਦੇ ਵਿੱਚ ਇੱਕ ਸ਼ਬਦ ਹੁੰਦਾ ਕਿ ਬੜਾ ਹੋਰ ਤਰੀਕੇ ਦਾ ਸ਼ਬਦ ਨਹੀਂ ਆਪਾਂ ਵਰਤਦੇ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਤੌਰ ਤੇ ਢਹਿ ਢੇਰੀ ਕਰਨ ਵਾਸਤੇ ਹਰ ਮਸਲੇ, ਸਿੱਖ ਮਸਲੇ ਨੂੰ ਪ੍ਰਧਾਨ ਮੰਤਰੀ ਮੋਦੀ ਬੜੀ ਬਰੀਕੀ ਨਾਲ ਲੈ ਰਹੇ ਨੇ। ਮੇਰਾ ਨਹੀਂ ਖਿਆਲ ਕਿ ਕਿਸੇ ਵੀ ਸੰਦਰਭ ਦੇ ਵਿੱਚ ਜਾਂ ਕਿਸੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜੇਕਰ ਆਪਸੀ ਗੱਠਜੋੜ ਹੁੰਦਾ ਦਿਖਾਈ ਦਿੰਦਾ, ਮੈਨੂੰ ਇਸ ਤਰ੍ਹਾਂ ਹੀ ਲੱਗਦਾ। ਹਾਂ, ਹੁਣ ਇਹ ਹੋ ਸਕਦਾ ਕਿ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਜਪਾ ਨੂੰ ਛੋਟਾ ਭਰਾ ਕਹਿੰਦੀ ਸੀ ਤੇ ਆਪਣੇ ਆਪ ਨੂੰ ਵੱਡਾ ਭਰਾ ਕਹਿੰਦੀ ਸੀ, ਹੁਣ ਉਹੋ ਜਿਹੀ ਸਥਿਤੀ ਜੇਕਰ ਗੱਠਜੋੜ ਹੁੰਦਾ ਵੀ ਆ ਤਾਂ ਇਹੋ ਜਿਹੀ ਸਥਿਤੀ ਨਹੀਂ ਆਏਗੀ ਕਿ ਇੱਕ ਛੋਟਾ ਭਰਾ ਇੱਕ ਵੱਡਾ ਭਰਾ। ਜੇ ਹੁਣ ਵੱਡਾ ਭਰਾ ਦੀ ਭੂਮਿਕਾ ਹੋਏਗੀ ਤਾਂ ਉਹ ਭਾਰਤੀ ਜਨਤਾ ਪਾਰਟੀ ਹੋਏਗੀ। ਹੁਣ ਅਗਲੀ ਗੱਲ ਆ ਜੀ ਕਿ 2 ਚਿਹਰਿਆਂ ਦੀ ਗੱਲ ਕੀਤੀ, ਤੇ ਤੁਸੀਂ ਇੱਕ ਚਿਹਰਾ ਕੈਪਟਨ ਅਮਰਿੰਦਰ ਸਿੰਘ ਵੀ, ਉਹ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਅੱਜ ਕੱਲ੍ਹ ਉਹਨਾਂ ਦੇ ਗੱਠਜੋੜ ਜਿਹੜੀ ਪਾਰਟੀ ਉਹਨਾਂ ਦੀ ਜੁੜੀ ਹੈ, ਤੇ ਜੇਕਰ ਉਹਨਾਂ ਉਹ ਤਾਂ ਅਣਖੀ ਸਾਹਿਬ ਇਹ ਹੈ, ਉਹ ਤੇ ਬੀਜੇਪੀ ਵਾਲੇ ਕਹੀ ਜਾਂਦੇ ਅਸੀਂ ਇਕੱਲੇ ਚੋਣਾਂ ਲੜਾਂਗੇ, ਉਹ ਤਾਂ ਵਧੋ ਵਧੀ ਜਿਹੜਾ ਹੈਗਾ ਉਹਨਾਂ ਦੇ ਗਲ ਪਈ ਜਾਂਦਾ ਕੈਪਟਨ ਅਮਰਿੰਦਰ ਸਿੰਘ। ਆਪਾਂ ਕੱਲ ਵੀ ਗੱਲਬਾਤ ਇਹ ਤੇ ਕਰਕੇ ਹਟੇ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਵਧੋ ਵਧੀ ਗਲ ਪੈ ਰਿਹਾ।
ਜੀ ਨਹੀਂ, ਮੈਂ ਉਹੀ ਲੱਗਾ ਗੱਲ ਕਰ, ਤੂੰ ਨਾਲ ਨਾ ਖੜੀ ਤਾਂ ਮੈਂ ਗਧਾੜੇ ਚੜਾ। ਉਹ ਕੈਪਟਨ ਅਮਰਿੰਦਰ ਹੋਣਾ ਦੇ ਇਸ ਵੇਲੇ ਸਥਿਤੀ ਉਹ ਆ। ਮੈਂ ਜਿਹੜੀ ਗੱਲ ਕਰ ਰਿਹਾ ਕਿ ਜੇਕਰ ਹੁਣ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਦੀ ਗੱਲ ਕਰੀਏ, ਨਵਜੋਤ ਸਿੰਘ ਸਿੱਧੂ ਇੱਕ ਸਿੱਖ ਨੇ, ਬਤੌਰ ਸਿੱਖ ਸੈਲੀਬ੍ਰਿਟੀ ਨੇ। ਕਰਤਾਰਪੁਰ ਕਾਰੀਡੋਰ ਖੋਲ੍ਹਣ ਦੇ ਵਿੱਚ ਉਸਦਾ ਮਹੱਤਵਪੂਰਨ ਹੱਥ ਰਿਹਾ, ਔਰ ਸਿੱਖ ਮਾਸੀ ਦੇ ਵਿੱਚ ਅੱਜ ਵੀ ਲੋਕ ਉਸ ਨੂੰ ਇੱਕ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਆ। ਤੇ ਭਾਰਤੀ ਜਨਤਾ ਪਾਰਟੀ ਦੇ ਜੇਕਰ ਪੰਜਾਬ ਦੇ ਵਿੱਚ ਪੈਰ ਨਹੀਂ ਲੱਗ ਰਹੇ ਤਾਂ ਸਿਰਫ ਇਸ ਤੱਕ ਹੀ ਨਹੀਂ ਲੱਗ ਰਹੇ ਕਿਉਂਕਿ ਉਹਨਾਂ ਕੋਲ ਇੱਕ ਕਦਾਵਰ ਸਿੱਖ ਚਿਹਰਾ ਨਹੀਂ ਹੈਗਾ। ਤੇ ਜੇਕਰ ਉਹ ਸਿੱਖ ਚਿਹਰਾ ਕੱਲ੍ਹ ਨੂੰ ਕਾਂਗਰਸ ਪਾਰਟੀ ਉਸ ਸਿੱਖ ਚਿਹਰੇ ਨੂੰ ਬਾਹਰ ਦਾ ਰਸਤਾ ਵਿਖਾ ਦਿੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਉਸ ਸਿੱਖ ਚਿਹਰੇ ਨੂੰ ਆਪਣੇ ਨਾਲ ਲੈ ਕੇ ਘਰ ਵਾਪਸੀ ਦਾ ਮਾਰਗ ਖੋਲ ਦਿੰਦੀ ਆ, ਤਾਂ ਫਿਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਕੋਲ ਕੀ ਲੈਣਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਹੁਣ ਭਾਰਤੀ ਜਨਤਾ ਪਾਰਟੀ ਨਾਲ ਦੋਸਤਾਂ ਵਾਲੀ ਨਹੀਂ ਰਹੀ, ਕਿਉਂਕਿ ਇੱਕ ਪਾਸੇ ਤਾਂ ਉਹ ਆਪਣਾ ਪੱਖ ਇਹ ਦੱਸ ਚੁੱਕੇਗੀ ਅਸੀਂ ਕਿਸਾਨ ਹਿਤੈਸ਼ੀ ਹਾਂ ਸ਼੍ਰੋਮਣੀ ਅਕਾਲੀ ਦਲ, ਤੇ ਭਾਜਪਾ ਜਿਹੜੀ ਕਿਸਾਨ ਵਿਰੋਧੀ। ਤਾਂ ਜਦੋਂ ਫਿਰ ਨਵਜੋਤ ਸਿੱਧੂ ਵਰਗਾ ਵਿਅਕਤੀ, ਇੱਕ ਕਦਾਵਰ ਸਿੱਖ ਚਿਹਰਾ, ਇੱਕ ਨੇਤਾ, ਬੀਤੇ ਲੰਬੇ ਦੌਰ ਦਾ ਐਕਸਪੀਰੀਅੰਸ ਜਦੋਂ ਭਾਰਤੀ ਜਨਤਾ ਪਾਰਟੀ 'ਚ ਜਾਂਦਾ ਤਾਂ ਉਹਨਾਂ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਦੇ ਵਿੱਚ ਸਵਾਰ ਹੋ ਕੇ ਕੀ ਲੈਣਾ? ਹਾਂ, ਇਹ ਹੋ ਸਕਦਾ ਕਿ ਠੀਕ ਆ ਤੁਸੀਂ ਗੱਠਜੋੜ ਕਰ ਲਓ, ਪਰ ਸ਼ਰਤਾਂ ਜਿਹੜੀਆਂ ਸਾਡੇ ਪ੍ਰਧਾਨ ਦੀਆਂ ਚੱਲਣਗੀਆਂ। ਤੇ ਦੂਜੇ ਪਾਸੇ ਸੁਨੀਲ ਜਾਖੜ ਵਰਗਾ ਬੰਦਾ ਜਿਹੜਾ ਆਪਣੇ ਆਪ ਨੂੰ ਇੱਕ ਹਿੰਦੂ ਨੇਤਾ ਦੇ ਰੂਪ ਦੇ ਵਿੱਚ ਉਭਾਰਨ ਦੇ ਵਿੱਚ ਸਫਲ ਹੋ ਗਿਆ ਜਾਂ ਸਫਲ ਹੋ ਰਿਹਾ, ਭਾਰਤੀ ਜਨਤਾ ਪਾਰਟੀ ਦੇ ਵਿੱਚ ਅਗਰ ਇਹ ਦੋਵੇਂ ਵਿਅਕਤੀ ਚਲੇ ਜਾਂਦੇ ਆ ਤਾਂ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਜੜ੍ਹਾਂ ਫਿਰ ਬੜੀਆਂ ਡੂੰਘੀਆਂ ਲੱਗਦੀਆਂ ਨੇ। ਤੇ 5 ਸਾਲ ਦਾ ਸਮਾਂ ਜਿਹੜਾ ਭਾਰਤੀ ਜਨਤਾ ਪਾਰਟੀ ਕੋਲੋਂ ਉਹ ਸਮਾਂ ਬਚਦਾ ਕਿ ਜਿੱਥੇ ਉਹ ਨਵਜੋਤ ਸਿੱਧੂ ਨੂੰ ਵੀ ਸਿੱਖ ਚਿਹਰੇ ਦੇ ਤੌਰ ਤੇ ਸਥਾਪਿਤ ਕਰ ਸਕਦੇ ਆ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਸ਼ਮੂਲੀਅਤ ਕਰਵਾ ਸਕਦੇ ਆ, ਤੇ ਜਿਹੜਾ ਹਿੰਦੂ ਵਰਗ ਦਾ ਨੇਤਾ ਸੁਨੀਲ ਜਾਖੜ ਉਹਨੂੰ ਵੀ ਸ਼ਹਿਰੀ ਵੋਟਰਾਂ ਦੇ ਵਿੱਚ ਪ੍ਰਭਾਵ ਦੇ ਰੂਪ ਦੇ ਵਿੱਚ ਵਰਤ ਸਕਦੇ ਆ। ਸੋ ਸ਼੍ਰੋਮਣੀ ਅਕਾਲੀ ਦਲ ਨਾਲ ਜੇਕਰ ਭਾਰਤੀ ਜਨਤਾ ਪਾਰਟੀ ਸਮਝੌਤਾ ਕਰਦੀ ਆ ਤਾਂ ਉਹ ਹੁਣ ਆਪਣੀਆਂ ਸ਼ਰਤਾਂ ਦੇ ਅਨੁਸਾਰ ਕਰੇਗੀ, ਤਾਂ ਵਿਚਕਾਰ ਕੱਲ੍ਹ ਨੂੰ ਜੇਕਰ ਨਵਜੋਤ ਸਿੰਘ ਸਿੱਧੂ ਵਿੱਚ ਬੈਠਦੇ ਨੇ ਤਾਂ ਫਿਰ ਉਹਨਾਂ ਦੀਆਂ ਸ਼ਰਤਾਂ ਦਾ ਹੋਏਗਾ। ਪਰ ਜੇਕਰ ਨਵਜੋਤ ਸਿੱਧੂ ਭਾਰਤੀ ਜਨਤਾ ਪਾਰਟੀ 'ਚ ਜਾਂਦੇ ਨੇ ਤਾਂ ਫਿਰ ਮੇਰਾ ਨਹੀਂ ਖਿਆਲ ਬਿਲਕੁਲ ਅਣਖ ਸਾਹਿਬ, ਇੱਕ ਬੜੀ ਇੰਪੋਰਟੈਂਟ ਜਿਹੜੀ ਖਬਰ ਆ ਚੁੱਕੀ ਹੈ ਸਿੱਧੂ ਦੇ ਮਾਮਲੇ ਦੇ ਵਿੱਚ। ਜਿਹੜੀ ਅਨੁਸ਼ਾਸਨੀ ਕਮੇਟੀ ਸੀਗੀ, ਅਨੁਸ਼ਾਸਨੀ ਕਮੇਟੀ ਗਠਨ ਕੀਤੀ ਗਈ ਸੀ ਹਾਈ ਕਮਾਨ ਦੇ ਵੱਲੋਂ, ਸਿੱਧੂ ਦੇ ਖਿਲਾਫ ਜਿਹੜੀ ਸ਼ਿਕਾਇਤ ਦਿੱਤੀ ਗਈ ਸੀਗੀ ਤਾਂ ਅਨੁਸ਼ਾਸਨੀ ਕਮੇਟੀ ਬਣਾਈ ਗਈ। ਉਸ ਕਮੇਟੀ ਦੀ ਜਿਹੜੀ ਬੈਠਕ ਹੈ ਉਹ ਸ਼ੁੱਕਰਵਾਰ ਨੂੰ ਸੱਦ ਲਈ ਗਈ ਹੈ। ਕਿਵੇਂ ਦੇਖਦੇ ਹੋ ਕਿ ਸਿੱਧੂ ਨੂੰ ਲੱਗਣ ਜਾ ਰਿਹਾ ਝਟਕਾ? ਕਿਉਂਕਿ ਪਹਿਲਾਂ ਜਿਹੜਾ ਸੁਨੀਲ ਜਾਖੜ ਨੇ ਵੀ ਇਹ ਗੱਲ ਕਹੀ ਸੀ ਕਿ ਭਾਈ ਇੱਕ ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਵੀ ਕੀਤਾ। ਤਾਂ ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ? ਸ਼ੁੱਕਰਵਾਰ ਨੂੰ ਜਿਹੜੀ ਇਹ ਮੀਟਿੰਗ ਸੱਦੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਸਬੰਧ ਦੇ ਵਿੱਚ, ਕਿਹੋ ਜਿਹਾ ਜਿਹੜਾ ਇਹਦੇ ਮੀਟਿੰਗ ਦੇ ਵਿੱਚ ਗੱਲਬਾਤ ਹੋ ਸਕਦੀ ਹੈ? ਕਿ ਨਵਜੋਤ ਸਿੰਘ ਸਿੱਧੂ ਤੋਂ ਪੱਖ ਜਾਣਿਆ ਜਾਊਗਾ? ਕਿਉਂਕਿ ਪਹਿਲਾਂ ਤਾਂ ਸੁਨੀਲ ਜਾਖੜ ਤੋਂ ਪੱਖ ਨਹੀਂ ਸੀ ਜਾਣਿਆ ਗਿਆ। ਦੇਖੋ, ਜਿਹੋ ਜਿਹੀ ਨਵਜੋਤ ਸਿੱਧੂ ਦੀ ਜਿਹੜੀ ਸਥਿਤੀ ਹੈ, ਪੰਜਾਬ ਕਾਂਗਰਸ ਨੇ ਹਰੀ ਚੌਧਰੀ ਔਰ ਰਾਜਾ ਵੜਿੰਗ ਨੇ ਜਿਹੜੀ ਬਣਾ ਕੇ ਪੇਸ਼ ਕੀਤੀ ਹੈ, ਤੇ ਬੀਤੇ ਸਮੇਂ ਤੋਂ ਕਾਂਗਰਸ ਹਾਈਕਮਾਂਡ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਨੂੰ ਵੇਖ ਰਹੀ ਆ, ਮੇਰਾ ਨਹੀਂ ਖਿਆਲ ਕਿ ਨਵਜੋਤ ਸਿੱਧੂ ਨੂੰ ਉਹ ਕਾਰਨ ਦੱਸੋ ਨੋਟਿਸ ਜਾਰੀ ਕਰਨਗੇ। ਉਸ ਦੇ ਮੇਰਾ ਖਿਆਲ ਐਕਸ਼ਨ ਦੀ ਸ਼ਾਇਦ ਤਿਆਰੀ ਉਹ ਕਰਨਗੇ, ਕਿਉਂਕਿ ਬੀਤੇ ਦੌਰ ਦੇ ਵਿੱਚ ਜੋ ਕੁਝ ਨਵਜੋਤ ਸਿੱਧੂ ਕਾਂਗਰਸ ਹਾਈਕਮਾਂਡ ਦੇ ਛਤਰਛਾਇਆ ਦੇ ਹੇਠ ਆਪਣੀ ਪਾਰਟੀ ਨੂੰ ਭੰਡਦਾ ਰਿਹਾ, ਉਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਹੀ ਜਿਹੜੀ ਪੰਜਾਬ ਦੀ ਲੋਕਲ ਕਾਂਗਰਸ ਕਮੇਟੀ ਹੈ ਉਸ ਦੀ ਸ਼ਿਕਾਇਤ ਜਿਹੜੀ ਆ ਉਹ ਕੀਤੀ ਆ, ਜਿਹਦੇ ਤੋਂ ਇਹ ਪਤਾ ਲੱਗਦਾ ਕਿ ਕਾਂਗਰਸ ਹਾਈਕਮਾਂਡ ਜਿਹੜੀ ਆ ਉਹ ਕਾਫੀ ਖਫਾ ਹੈ। ਪਰ ਇਸ ਦੇ ਬਾਵਜੂਦ ਅਜੇ ਤੱਕ ਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਂਡ ਦੇ ਖਿਲਾਫ ਕੋਈ ਬਿਆਨ ਦਿੱਤਾ ਤੇ ਨਾ ਹੀ ਕਾਂਗਰਸ ਹਾਈਕਮਾਂਡ ਨੇ ਜਿਹੜੀ ਦਿੱਲੀ ਵਾਲੀ ਆ ਉਹਨੇ ਨਵਜੋਤ ਸਿੱਧੂ ਦੇ ਖਿਲਾਫ ਕੋਈ ਬਿਆਨ ਦਿੱਤਾ। ਈਵਨ ਕਿ ਰਾਜਾ ਵੜਿੰਗ ਵੀ ਅਜੇ ਤੱਕ ਨਹੀਂ ਬੋਲੇ। ਪਰ ਹੁਣ ਜੇਕਰ ਸ਼ੁੱਕਰਵਾਰ ਨੂੰ ਮੀਟਿੰਗ ਰੱਖ ਲਈ ਗਈ ਆ, 22 ਤਰੀਕ ਦੀ ਇਹ ਕਾਰਵਾਈ ਚੱਲ ਰਹੀ ਆ, 29 ਤਰੀਕ ਨੂੰ ਇਹਦੇ ਸੰਬੰਧੀ ਰੌਲਾ ਪੈਂਦਾ ਤਾਂ ਉਸੇ ਦਿਨ ਹੀ ਮੈਡਮ ਸੋਨੀਆ ਗਾਂਧੀ ਜਿਹੜੇ ਕਾਂਗਰਸ ਦੇ ਸੁਪਰੀਮੋ ਨੂੰ ਚਿੱਠੀ AK ਐਂਟਨੀ ਨੂੰ ਦੇ ਦਿੰਦੇ ਨੇ ਤੇ ਉਸ ਦੀ ਹੁਣ ਸ਼ੁੱਕਰਵਾਰ ਜਿਹੜੀ ਮੀਟਿੰਗ ਜਿਹੜੀ ਉਹ ਤੈਅ ਹੋ ਜਾਂਦੀ ਆ। ਮੇਰਾ ਨਹੀਂ ਖਿਆਲ ਕਿ ਕਾਰਨ ਦੱਸੋ ਨੋਟਿਸ ਜਾਰੀ ਕਰਨ, ਕਾਰਵਾਈ ਜਿਹੜੀ ਆ ਉਹ ਨਵਜੋਤ ਸਿੱਧੂ ਦੇ ਖਿਲਾਫ ਯਕੀਨਨ ਤੈਅ ਹੈ। ਉਹ ਸ਼ੁੱਕਰਵਾਰ ਨੂੰ ਹੋ ਜੇ ਚਾਹੇ ਉਹ ਸ਼ਨੀਵਾਰ ਨੂੰ ਹੋ ਜੇ, ਕਾਰਵਾਈ ਜਿਹੜੀ ਉਹ ਜ਼ਰੂਰ ਹੋਏਗੀ। ਬਿਲਕੁਲ। ਅਗਲੀ ਖਬਰ ਦੀ ਆਪਾਂ ਅਣਖੀ ਸਾਹਿਬ ਗੱਲਬਾਤ ਕਰੀਏ। ਪਟਿਆਲਾ ਹਿੰਸਾ ਮਾਮਲਾ ਜਿਹੜੀ ਹੋਈ ਹੈ, ਪਟਿਆਲਾ ਦੇ ਵਿੱਚ ਹਿੰਸਾ ਹੋਈ ਸੀ, ਹੁਣ ਉਹਦੇ ਵਿੱਚ ਮਨਜਿੰਦਰ ਸਿੰਘ ਸਿਰਸੇ ਦਾ ਵੀ ਜਿਹੜਾ ਨਾਮ ਗੂੰਜਣ ਲੱਗ ਗਿਆ। ਮਨਜਿੰਦਰ ਸਿੰਘ ਸਿਰਸੇ ਤੋਂ ਵੀ ਕਹਿੰਦੇ ਪੁੱਛਗਿੱਛ ਜਿਹੜੀ ਹੋ ਸਕਦੀ ਹੈ। ਮਨਜਿੰਦਰ ਸਿੰਘ ਸਿਰਸੇ ਦਾ ਇਹਦੇ ਨਾਲ ਕੀ ਲੈਣਾ ਦੇਣਾ, ਕੀ ਪੂਰੀ ਕਹਾਣੀ ਹੈ? ਸੁਖਿੰਦਰ ਜੀ, ਅਸਲ 'ਚ ਮਨਜਿੰਦਰ ਸਿੰਘ ਸਿਰਸਾ ਇੱਕ ਉਹ ਜਿਹਾ ਭਾਜਪਾ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਅਜਿਹਾ ਨੇਤਾ ਜਿਸ ਨੇ ਪਾਕਿਸਤਾਨ ਦੇ ਵਿੱਚ ਹੁੰਦੇ ਹਰ ਸਿੱਖ ਮੁੱਦੇ ਨੂੰ ਬੜੀ ਤੇਜ਼ੀ ਨਾਲ ਚੁੱਕਣਾ ਹੁੰਦਾ। ਜੇਕਰ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਤੇ ਵੀ ਕੋਈ ਸਿੱਖਾਂ ਦੇ ਨਾਲ ਸੰਬੰਧਿਤ ਮਸਲਾ ਹੁੰਦਾ,
ਸਭ ਤੋਂ ਪਹਿਲਾਂ ਮਨਜਿੰਦਰ ਸਿੰਘ ਸਰਸਾ ਬਿਆਨ ਜਾਰੀ ਕਰਦਾ ਤੇ ਹਰ ਮੁੱਦੇ ਤੇ ਖਾਸ ਤੌਰ ਤੇ ਸਿੱਖ ਮੁੱਦਿਆਂ ਦੇ ਭਾਵੇਂ ਉਹ ਮੁੱਦੇ ਕਿੱਦਾਂ ਦੇ ਵੀ ਹੋਣ ਉਹਨਾਂ ਨੇ ਆਪਣਾ ਜਿਹੜਾ ਵਰਸ਼ਨ ਆ ਉਹ ਦੇਣਾ ਹੁੰਦਾ। ਤੇ ਬੀਤੇ ਦੌਰ 'ਚ ਬਰਜਿੰਦਰ ਸਿੰਘ ਪਰਵਾਨਾ ਦੇ ਨਾਲ ਸਰਸੇ ਦੇ ਜਿਹੜੇ ਆਪਸੀ ਸੰਬੰਧ ਜਿਹੜੇ ਨੇ ਕਾਫੀ ਅਸੀਂ ਕਹਿ ਸਕਦੇ ਕਿ ਵੇਖੇ ਜਾ ਸਕਦੇ ਤੇ ਬਰਜਿੰਦਰ ਸਿੰਘ ਪਰਵਾਨੇ ਦੀ ਹਰ ਗਤੀਵਿਧੀ ਨੂੰ ਉਹ ਆਪਣੇ ਬਿਆਨਾਂ ਦੇ ਕੇ ਢੱਕਦੇ ਰਹੇ ਨੇ, ਉਹਨੂੰ ਇੱਕ ਕਿਸਮ ਦਾ ਸਮਰਥਨ ਜਿਹੜਾ ਉਹ ਦਿੱਤੇ ਰਹੇ ਨੇ। ਤੇ ਉਸ ਦਿਨ ਵੀ ਜਿਸ ਦਿਨ ਬਰਜਿੰਦਰ ਸਿੰਘ ਪਰਵਾਨਾ ਦੇ ਖਿਲਾਫ ਦੋਸ਼ ਲੱਗ ਰਹੀ ਸਨ ਜਾਂ ਜਿਸ ਦਿਨ ਪਰਚਾ ਦਰਜ ਹੋਣ ਦੀ ਗੱਲਬਾਤ ਚੱਲ ਰਹੀ ਸੀ ਤਾਂ ਸਭ ਤੋਂ ਪਹਿਲਾਂ ਦਰਦ ਜਿਹੜਾ ਸੀ ਮਨਜਿੰਦਰ ਸਿੰਘ ਸਰਸੇ ਨੂੰ ਹੋਇਆ। ਉਹਨਾਂ ਦੇ ਜਿਹੜੇ ਬਿਆਨ ਆਏ ਤੇ ਇਹੋ ਜਿਹੇ ਬਿਆਨ ਉਦੋਂ ਵੀ ਪਰਵਾਨਾ ਦੇ ਹੱਕ 'ਚ ਆਏ ਸੀ ਜਦੋਂ ਪਰਵਾਨਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਬੋਲਦਾ ਪਿਆ ਸੀ। ਹੁਣ ਕਿਉਂਕਿ ਬਰਜਿੰਦਰ ਸਿੰਘ ਪਰਵਾਨੇ ਨੂੰ ਮੁੱਖ ਸਾਜ਼ਿਸ਼ ਕਰਤਾ ਪਟਿਆਲਾ ਪੁਲਿਸ ਜਿਹੜੀ ਮੰਨ ਚੁੱਕੀ ਆ ਤਾਂ ਉਸ ਸੰਬੰਧ ਦੇ ਵਿੱਚ ਜਿਹੜੇ ਬਿਆਨ ਜਿਹੜੇ ਉਹਨਾਂ ਨੇਤਾਵਾਂ ਦੇ ਜਿਹੜੇ ਆਏ ਨੇ ਔਰ ਖਾਸ ਤੌਰ ਤੇ ਜਿਹੜਾ ਮਨਜਿੰਦਰ ਸਿੰਘ ਸਰਸੇ ਦਾ ਜਿਹੜਾ ਆਚਰਣ ਜਾਂ ਐਟੀਟਿਊਡ ਜਿਹੜਾ ਬੀਤੇ ਦੌਰ 'ਚ ਸਿੱਖ ਮਸਲਿਆਂ ਨੂੰ ਲੈ ਕੇ ਰਿਹਾ ਕਿ ਗਾਹੇ ਬਗਾਹੇ ਉਹ ਪਰਵਾਨੇ ਦੇ ਸੋਚ ਨੂੰ ਜਾਂ ਉਹਦੀ ਵਿਚਾਰਧਾਰਾ ਦਾ ਸਮਰਥਨ ਕਰਦਾ ਰਿਹਾ ਤਾਂ ਕੁਦਰਤੀ ਤੌਰ ਤੇ ਉਹ ਸ਼ੱਕ ਦੇ ਘੇਰੇ ਵਿੱਚ ਸੁਭਾਵਿਕ ਤੌਰ ਤੇ ਉਹ ਆ ਜਾਂਦਾ ਹੈਗਾ। ਤਾਂ ਇਸੇ ਹੀ ਕਾਰਨ ਹੁਣ ਪਟਿਆਲਾ ਪੁਲਿਸ ਦੀ ਰਡਾਰ ਦੇ ਉੱਤੇ ਮਨਜਿੰਦਰ ਸਿੰਘ ਸਰਸਾ ਹੈਗਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਉਸ ਦਿਨ ਭਗਵੰਤ ਮਾਨ ਨੇ ਪਟਿਆਲਾ ਹਿੰਸਾ ਤੋਂ ਅਗਲੇ ਦਿਨ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਭਾਜਪਾ ਦੇ ਲੀਡਰ ਤੇ ਅਕਾਲੀ ਦਲ ਦੇ ਲੀਡਰ ਜਿਹੜੇ ਉਹ ਸ਼ਾਮਲ ਨੇ ਤਾਂ ਅਸੀਂ ਛਾਣਬੀਨ ਕਰਨੀ ਆ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਕਿਤੇ ਵੀ ਉਹ ਚਾਹੁੰਦੇ ਤੋਂ ਹੋਵੇ। ਸੋ ਇਸ ਰਡਾਰ ਤੇ ਜਿਹੜੇ ਪਰਵਾਨਾ ਦੇ ਔਰ ਸਰਸੇ ਦੇ ਜਿਹੜੇ ਆਪਸੀ ਸੰਬੰਧ ਨੇ ਉਹਨਾਂ ਦੇ ਆਧਾਰ ਤੇ ਇਹ ਜਿਹੜੀ ਆ ਪੁੱਛਗਿੱਛ ਹੋਏਗੀ, ਸਰਸੇ ਦੀ ਹੋਵੇਗੀ ਜ਼ਰੂਰ ਕਿਉਂਕਿ ਹਰ ਸਿੱਖ ਮਸਲੇ ਤੇ ਬੋਲਣਾ ਮਨਜਿੰਦਰ ਸਿੰਘ ਸਰਸਾ ਬੀਤੇ ਦੌਰ ਤੋਂ ਆਪਣਾ ਹੱਕ ਸਮਝਦਾ ਰਿਹਾ। ਹਾਲਾਂਕਿ ਬਰਜਿੰਦਰ ਸਿੰਘ ਪਰਵਾਨੇ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰਨ ਤੌਰ ਤੇ ਚੁੱਪ ਆ, ਕਿਸੇ ਲੀਡਰ ਨੇ ਬਿਆਨ ਨਹੀਂ ਦਿੱਤਾ। ਦਲਜੀਤ ਸਿੰਘ ਚੀਮੇ ਨੇ ਜ਼ਰੂਰ ਦਿੱਤਾ ਹੋਊਗਾ ਪਰ ਅਸੀਂ ਉਹ ਕਹਿ ਸਕਦੇ ਕਿ ਉਹੋ ਜਿਹਾ ਬਿਆਨ ਨਹੀਂ ਸੀ ਜਿਹੋ ਜਿਹੇ ਸਰਸੇ ਦੇ ਬਿਆਨ ਜਿਹੜੇ ਬੀਤੇ ਦੌਰ 'ਚ ਰਹੇ ਹਨ। ਜੀ ਬਿਲਕੁਲ। ਅਣਖੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਇਸ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।